ਬਚਪਨ ਦੀ ਜਿਹੜੀ ਦੋਸਤੀ ਹੁੰਦੀ ਹੈ ਨਾ, ਸਵਾਏ ਜੋਸ਼ ਤੋਂ ਕੁਝ ਨਹੀਂ ਹੁੰਦੀ। ਅੱਜ ਮੈਂ ਜਿਹੜੀ ਤੁਹਾਨੂੰ ਗੱਲ ਸੁਣਾਉਣ ਲੱਗਾ, ਗੌਰ ਨਾਲ ਸੁਣਿਓ। ਦੋ ਦੋਸਤ ਆਏ, ਉਹਨਾਂ ਦੀ ਬੜੀ ਆਪਸ 'ਚ ਗੂੜੀ ਯਾਰੀ ਦੋਸਤੀ ਸੀ ਕਿ ਇੱਕ ਦੂਜੇ ਬਗੈਰ ਰਹਿੰਦੇ ਨਹੀਂ ਸੀ। ਕੱਪੜੇ ਇੱਕੋ ਜਿਹੇ ਪਾਣੇ, ਖਾਣਾ ਪੀਣਾ ਇਕੱਠਿਆਂ, ਜਿੱਧਰ ਜਾਣਾ ਹੈ ਫਿਰਨ ਜਾਣਾ ਹੈ ਇਕੱਠਿਆਂ ਜਾਣਾ ਹੈ, ਹਰ ਵਕਤ ਬਸ ਉਹਨਾਂ ਦਾ ਇਕੱਠੇ ਰਹਿਣਾ। ਜੇ ਕਿਧਰੇ ਸ਼ਾਦੀ ਹੋਣੀ ਹੈ ਤਾਂ ਵੀ ਇੱਕ ਯਾਰ ਨੇ ਦੂਜੇ ਨੂੰ ਲੈ ਜਾਣਾ। ਬਸ ਉਹਨਾਂ ਦੇ ਘਰਦਿਆਂ ਨੂੰ ਪਤਾ ਸੀ ਕਿ ਇਹਨਾਂ ਦੋਵਾਂ ਦਾ ਆਪਸ 'ਚ ਬਹੁਤ ਪਿਆਰ ਹੈ। ਇੱਕ ਮਾੜੇ ਘਰ ਦਾ ਸੀ ਤੇ ਇੱਕ ਜ਼ਰਾ ਸੌਖੇ ਘਰ ਦਾ ਸੀ। ਜਿਹੜਾ ਮਾੜੇ ਘਰ ਦਾ ਹੈ ਉਹਨੂੰ ਕਿਸੇ ਨੇ ਦੱਸਿਆ ਕਿ ਉਹ ਬਾਹਰ ਦੀਆਂ ਡੰਕੀਆਂ ਪਈਆਂ ਲੱਗਦੀਆਂ ਨੇ ਤੇ ਯੂਨਾਨ ਵਾਲੇ ਰਾਹ ਬੰਦੇ ਪੇ ਬਾਹਰ ਜਾਂਦੇ ਨੇ। ਉਹਨੇ ਸੋਚਿਆ ਕਿ ਮੈਂ ਵੀ ਬਾਹਰ ਹੀ ਟੁਰ ਜਾ, ਤੇ ਉਹਨੇ ਦੂਸਰੇ ਯਾਰ ਨੂੰ ਆਖਿਆ ਵੀ ਮੈਂ ਬਾਹਰ ਜਾਣਾ ਤੇ ਚੱਲ ਤੂੰ ਮੇਰੇ ਨਾਲ ਚੱਲ। ਉਹ ਕਹਿੰਦਾ ਨਹੀਂ, ਮੇਰੀ ਅੰਮਾ ਨਹੀਂ ਜਾਣ ਦੇਗੀ। ਉਹ ਕਹਿੰਦਾ ਨਹੀਂ, ਤੂੰ ਅੰਮਾ ਨਾਲ ਗੱਲ ਕਰ, ਚੱਲ ਦੋਏ ਇਕੱਠੇ ਨਿਕਲਨੇ ਆ। ਉਹ ਜਨਾਬ ਉਹਨੇ ਜਾ ਕੇ ਅੰਮਾ ਨਾਲ ਗੱਲ ਕੀਤੀ, ਅੰਮਾ ਨਾ ਮੰਨੀ। ਉਹਨੇ ਕਿਹਾ ਪੁੱਤਰ, ਸਾਡੇ ਘਰ ਕਿਸ ਚੀਜ਼ ਦੀ ਕਮੀ ਹੈ ਜਿਹੜਾ ਤੂੰ ਜਾਣਾ ਕਿਸੇ ਦੂਸਰੇ ਮੁਲਕ? ਤੈਨੂੰ ਨਹੀਂ ਅਸੀਂ ਜਾਣ ਦੇਣਾ, ਤੂੰ ਸਾਡਾ ਕੱਲਾ ਕੱਲਾ ਪੁੱਤਰ ਹੈ, ਤੇਰੀਆਂ ਭੈਣਾਂ ਨੇ, ਇਹਨਾਂ ਨੂੰ ਤੂੰ ਕੱਲਿਆਂ ਛੱਡ ਕੇ ਤੁਰ ਜਾਏਗਾ। ਉਹਨੇ ਆਖਿਆ ਨਹੀਂ ਅੰਮਾ, ਮੇਰਾ ਯਾਰ ਚੱਲਿਆ ਤੇ ਮੈਂ ਵੀ ਨਾਲ ਜਾਣਾ ਹੀ ਜਾਣਾ। ਢੇਰ ਮਨਾ ਉਹਨਾਂ ਕੀਤਾ। ਫਿਰ ਆਖਰ ਉਹਨਾਂ ਨੇ ਮਜਬੂਰ ਹੋ ਕੇ ਮੁੰਡੇ ਦੀ ਗੱਲ ਮੰਨਣੀ ਪਈ। ਉਹਨਾਂ ਕਿਹਾ ਠੀਕ ਹੈ ਪੁੱਤਰ, ਜੇ ਤੇਰੀ ਸਲਾਹ ਹੈ ਬਾਹਰ ਜਾਣ ਦੀ ਤੇ ਠੀਕ ਹੈ, ਤੂੰ ਲਗਾ ਜਾ। ਉਹ ਜਨਾਬ ਉਹਨਾਂ ਏਜੰਟ ਨਾਲ ਗੱਲ ਕੀਤੀ। ਏਜੰਟ ਨੇ ਅੱਗੋਂ ਕੋਇਟਾ ਤੋਂ ਈਰਾਨ ਲਿਆਂਦਾ, ਈਰਾਨ ਤੋਂ ਤੁਰਕੀ ਲਿਆ ਸੱਟਿਆ। ਤੁਰਕੀ ਵਾਵਾ ਦੇਰ ਬੈਠੇ ਰਹੇ, ਕੋਈ ਥੋੜ੍ਹਾ ਜਿਹਾ ਅਰਸਾ ਗੁਜ਼ਰਿਆ ਤੇ ਫਿਰ ਡੰਕੀ ਲਵਾਈ ਉਹਨੇ ਯੂਨਾਨ ਵਾਸਤੇ ਉਹਨਾਂ ਦੀ। ਤੇ ਜਿਹੜਾ ਦੋਸਤ ਆਇਆ ਨਾ, ਜਿਹੜਾ ਗਰੀਬ ਘਰ ਦਾ ਆ, ਉਹ ਨਿਕਲ ਗਿਆ। ਤੇ ਜਿਹੜਾ ਸੌਖੇ ਘਰ ਦਾ ਸੀ ਉੱਥੇ ਤੁਰਕੀ ਡੇਕੇ ਲੱਗ ਗਿਆ, ਉਹਨੂੰ ਪੁਲਿਸ ਨੇ ਪਕੜ ਲਿਆ। ਉਹ ਨਿਕਲ ਗਿਆ, ਉਹ ਜਾ ਕੇ ਯੂਨਾਨ ਪਹੁੰਚ ਗਿਆ। ਯੂਨਾਨ ਪਹੁੰਚਿਆ ਤੇ ਪਿੱਛੇ ਫੋਨ ਕੀਤੀ ਉਸਨੂੰ। ਉਹਦੀ ਅੰਮਾ, ਜਿਹੜਾ ਸੌਖੇ ਘਰ ਦਾ ਮੁੰਡਾ ਸੀ, ਉਹਦੀ ਅੰਮਾ ਪਤਾ ਕਰੇ, ਆਖਿਆ ਵੀ ਕਿੱਥੇ ਆ ਸਾਡਾ ਮੁੰਡਾ। ਉਹਨੇ ਆਖਿਆ ਉਹਨੂੰ ਹਾਲਾ ਪੁਲਿਸ ਨੇ ਪਕੜ ਲਿਆ ਤੇ ਉਹ ਛੱਡ ਦੇਣਗੇ ਉਹਨੂੰ, ਮਹੀਨੇ ਤੱਕ ਛੱਡ ਦੇਣ, 15 ਦਿਨ ਤੱਕ ਛੱਡ ਦੇਣ। ਉਹ ਛੱਡ ਦਿੰਦੇ ਨਾਲ ਬੰਦੇ ਨੂੰ। ਉਹਨਾਂ ਆਖਿਆ ਹਾਲਾ ਚਲੋ ਚੰਗਾ, ਵਾਪਸ ਆ ਜਾਏਗਾ ਜੇ ਜੋ ਵੀ ਆ ਮਾਰ ਮੂਰ ਖਾ ਕੇ। ਉਹਨਾਂ ਤੇ ਆਖਿਆ ਚਲੋ ਚੰਗਾ, ਨਹੀਂ ਪਹੁੰਚਿਆ, ਸਾਡੀ ਕਿਸਮਤ ਚੰਗੀ ਹੈ ਕਿ ਸਾਡਾ ਮੁੰਡਾ ਵਾਪਸ ਆ ਜਾਏਗਾ। ਉਹ ਇਸੇ ਤਰ੍ਹਾਂ ਮਹੀਨਾ ਗੁਜ਼ਰਿਆ, 2 ਗੁਜ਼ਰੇ, 3 ਗੁਜ਼ਰੇ, ਕੋਈ ਖਬਰ ਨਾ ਆਵੇ। ਉਹਨਾਂ ਆਖਿਆ ਕੋਈ ਨਹੀਂ, ਕੋਈ ਖਬਰ ਪਈ ਆਉਂਦੀ ਕਿ ਉਹਨੂੰ ਪਤਾ ਕਰੋ। ਉਹਨਾਂ ਪਤਾ ਕੀਤਾ। ਅੱਗੋਂ ਜਿਹੜਾ ਯੂਨਾਨ ਪਹੁੰਚਿਆ ਸੀ ਮਾੜੇ ਘਰ ਦਾ, ਉਹਨੂੰ ਅੱਗੋਂ ਕਿਸੇ ਨੇ ਰਾਹ ਦਿਖਾ ਦਿੱਤਾ ਕਿ ਸਰਬੀਆ ਵਾਲੇ ਰਾਹ ਜਿਹੜਾ ਤੂੰ ਜਾ ਸਕਨੇ ਸਪੇਨ। ਉਹ ਜਨਾਬ ਉਹਨੇ ਉਧਰੋਂ ਡੰਕੀ ਲਾਈ। ਡੰਕੀ ਲਾਉਣ 2-3 ਮਹੀਨੇ 'ਚ ਅਗਲਾ ਨਾ ਕਿਸੇ ਨਾਲ ਰਾਬਤਾ, ਉਹ ਸਪੇਨ ਪਹੁੰਚ ਆਇਆ। ਤੇ ਦੂਜਾ ਯਾਰ ਪਿੱਛੇ ਤੁਰਕੀ ਡੇਕੇ ਲੱਗੇ ਆ। ਤੇ ਜਿਸ ਵੇਲੇ ਸਪੇਨ ਪਹੁੰਚਿਆ, ਉਹਨੇ ਦੱਸਿਆ ਵੀ ਘਰ ਪਿੱਛੇ ਮਠਿਆਈ ਵੰਡੀ ਉਹਨੇ, ਜੀ ਸਾਡਾ ਮੁੰਡਾ ਜਿਹੜਾ ਸਪੇਨ ਪਹੁੰਚ ਗਿਆ। ਪਿੱਛੇ ਮਠਿਆਈਆਂ ਪੇ ਵੰਡਣ। ਤੇ ਜਿਹੜਾ ਉਹਦਾ ਯਾਰ ਆਇਆ ਪਿੱਛੇ, ਜਿਹੜਾ ਇਹਦੇ ਪਿੱਛੇ ਆਇਆ ਸੀ ਵੀ ਚੱਲੇ ਅਸੀਂ ਬਾਹਰ ਇਕੱਠੇ, ਉਹ ਉੱਥੇ ਤੁਰਕੀ ਡੇਕੇ ਲੱਗੇ ਆ। ਉਹ ਜਨਾਬ ਕਾਫੀ ਅਰਸਾ, ਤਕਰੀਬਨ ਸਾਲ ਡੇਢ ਗੁਜ਼ਰ ਗਿਆ ਇਸੇ ਤਰ੍ਹਾਂ। ਮਾਂ ਉਹਦੀ ਦਾ ਬੁਰਾ ਹਾਲ। ਉਹਨਾਂ ਆਖਿਆ ਕਿਸੇ ਤਰੀਕੇ ਨਾਲ ਤੁਰਕੀ ਤੋਂ ਉਹਨਾਂ ਨੇ ਪਾਕਿਸਤਾਨ ਪੁਲਿਸ ਨਾਲ ਗੱਲ ਕੀਤੀ, ਹਰ ਪਾਸੇ ਗੱਲ ਕੀਤੀ। ਉਹਨਾਂ ਆਖਿਆ ਸਾਡਾ ਮੁੰਡਾ ਨਹੀਂ ਲੱਭਦਾ ਪਿਆ। ਉਹਨਾਂ ਪਤਾ ਕਰਾਇਆ, ਕੋਈ ਖਬਰ ਨਾ ਆਵੇ। ਉਹ ਜਨਾਬ ਐਸਾ ਕਿ ਗਾਇਬ ਹੋਇਆ। ਇਸੇ ਤਰ੍ਹਾਂ ਜਿਹੜਾ ਯਾਰ ਸਪੇਨ ਵਾਲਾ ਸੀ, ਉਹ ਆਪਣੀ ਜ਼ਿੰਦਗੀ 'ਚ ਮਸਤ ਹੋ ਗਿਆ। ਉਹਨੂੰ ਪਤਾ ਹੀ ਕੋ ਨਾ, ਉੱਥੇ ਆਪਣੇ ਇੰਜੋਏ ਕਰਨ ਲੱਗ ਪਿਆ, ਕੰਮ ਲੱਗ ਗਿਆ। ਨਾ ਉਹਨੂੰ ਯਾਰ ਦਾ ਪਤਾ, ਨਾ ਉਹਨੇ ਕਦੇ ਹਾਲਾਂ ਨੂੰ ਫੋਨ ਕੀਤਾ ਵੀ ਹਾਲਾਂ ਕੋਈ ਪਤਾ ਲੱਗੇ ਜਾਂ ਮੈਂ ਕਿਸੇ ਕੋਲ ਪਤਾ ਕਰਾਨਾ। ਇਹ ਬਚਪਨ ਦੀ ਦੋਸਤੀ ਸੀ, ਉਹਨੂੰ ਕੋਈ ਫਿਕਰ ਨਹੀਂ ਆਈ। ਉਹਨੇ ਬਸ ਠੀਕ ਆ, ਮੈਂ ਪਹੁੰਚ ਆਇਆ ਤੇ ਬਸ ਖੁਸ਼ ਹੋਇਆ ਤੇ ਇੰਜੋਏ ਆਪਣੀ ਜ਼ਿੰਦਗੀ ਕਰ ਰਿਹਾ। ਫੇਸਬੁੱਕ ਤੇ ਫੋਟੋਆਂ ਅਪਲੋਡ ਕਰ ਰਿਹਾ, ਸਪੇਨ ਬੈਠਿਆ ਸਮੁੰਦਰ ਤੇ। ਉਹਨੂੰ ਇਹ ਪਤਾ ਹੀ ਨਹੀਂ ਕਿ ਮੇਰਾ ਯਾਰ ਕਿੱਧਰ ਗਿਆ। ਜਨਾਬ 2 ਸਾਲ ਇਸੇ ਤਰ੍ਹਾਂ ਗੁਜ਼ਰ ਗਏ। 2 ਸਾਲ ਬਾਅਦ ਜਿਸ ਵੇਲੇ ਉਹਨਾਂ ਨੂੰ ਕੋਈ ਖਬਰ ਨਾ ਆਈ ਨਾ, ਤੇ ਉਹਨਾਂ ਨੇ ਚੋਖੇ, ਉਹਨਾਂ ਇਹ ਸਮਝ ਲਿਆ ਕਿ ਮੁੰਡਾ ਸਾਡਾ ਖਤਮ ਹੋ ਗਿਆ। 3.5 ਸਾਲ ਬਾਅਦ, 3.5 ਸਾਲ ਬਾਅਦ ਜਦੋਂ ਮੁੰਡਾ ਵਾਪਸ ਆਇਆ ਨਾ, ਤੇ ਉਹ ਤੱਕ ਕਿ ਉਹਨਾਂ ਦੇ ਨਾ ਹੋਸ਼ ਉੱਡ ਗਏ ਮੁੰਡੇ ਦੀ ਹਾਲਤ ਕੋ ਨਾ। ਉਹ ਜਨਾਬ ਉਹ ਬੁਰੇ ਹਾਲਾਤ, ਉਹਨਾਂ ਨੂੰ ਜਨਾਬ ਕੁਰਦਿਆਂ ਪਕੜ ਲਿਆ। ਕੁਰਦਿਆਂ ਪਕੜ ਕੇ ਉਹਨਾਂ ਕੋਲ ਕੰਮ ਕਰਾ ਕੇ ਆਪਣੇ ਇੰਨਾ ਕੰਮ ਕਰਾਇਆ ਉਹਦੇ ਕੋਲੋਂ ਕਿ ਉਹ ਕਹਿੰਦਾ ਹੁਣ ਵੀ ਪਤਾ ਨਹੀਂ ਕਿਸ ਤਰ੍ਹਾਂ ਮੈਂ ਨੱਸ ਕੇ ਆਇਆ ਉੱਥੋਂ। ਨਾਲੇ ਮਾਰਦੇ ਸੀ ਤੇ ਨਾਲੇ ਕੰਮ ਕਰਾਉਂਦੇ ਸੀ, ਇੰਨੇ ਸਖਤ ਹੈ। ਤੇ ਉਹ ਜਨਾਬ ਕਿਸੇ ਤਰੀਕੇ ਨਾਲ ਘਰ ਪਹੁੰਚ ਗਿਆ। ਅੰਮਾ ਉਹਦੀ ਖੁਸ਼, ਮੇਰਾ ਮੁੰਡਾ ਵਾ। ਉਹ ਤੇ ਆਪਣੇ ਨੂੰ ਮੁੰਡਾ ਖਤਮ ਕਰ ਬੈਠੇ ਸੀ। ਫਿਰ ਬਾਅਦ 'ਚ ਉਹਨਾਂ ਦੱਸਿਆ, ਉਹਨਾਂ ਆਖਿਆ ਤੇਰੇ ਯਾਰ ਨੂੰ ਤੇ ਕੋਈ ਪਤਾ ਹੀ ਨਹੀਂ, ਉਹ ਆਪਣੇ ਪਹੁੰਚ ਗਿਆ ਉੱਥੇ। ਉਹਨੇ ਜਨਾਬ ਉਹ ਫਿਰ ਥੋੜ੍ਹਾ ਸਮਝਦਾਰ ਹੋਇਆ। ਉਹਨੇ ਆਖਿਆ ਇਹ ਅੰਮਾ ਠੀਕ ਆਖਦੀ ਸੀ। ਉਹਨੇ ਆਖਿਆ ਅੰਮਾ ਇਸ ਤੋਂ ਬਾਅਦ ਮੈਂ ਬਾਹਰ ਦਾ ਸੋਚਣ ਵੀ ਨਹੀਂ ਲੱਗਾ, ਜੋ ਮਰਜ਼ੀ ਹੋ ਗਿਆ, ਮੈਂ ਆਪਣੀ ਅੰਮਾ ਕੋਲ ਹੀ ਰਵਾਂਗਾ, ਘਰ ਹੀ ਰਵਾਂਗਾ। ਇਹ ਜਿਹੜੀਆਂ ਯਾਰੀਆਂ ਦੋਸਤੀਆਂ ਹੁੰਦੀਆਂ ਨੇ ਨਾ, ਇਹ ਸਿਰਫ ਬਚਪਨ ਦਾ ਇੱਕ ਜੋਸ਼ੀਲਾਪਨ ਹੁੰਦਾ ਹੈ, ਹੋਰ ਕੁਝ ਨਹੀਂ ਹੁੰਦਾ। ਆਪਣੇ ਮਾਂ-ਬਾਪ ਨੂੰ ਦੇਖਣਾ ਚਾਹੀਦਾ ਹੈ, ਕਿਧਰੇ ਬਚਪਨ ਦੀ ਹੋਵੇ ਜਾਂ ਤੁਸੀਂ ਵੱਡੇ ਮੈਚੋਰ ਹੋਵੋ ਤਾਂ ਵੀ ਕੋਈ ਨਹੀਂ ਮਸਲਾ, ਲੇਕਿਨ ਇਹ ਹੈ ਕਿ ਆਪਣੇ ਮਾਂ-ਬਾਪ, ਆਪਣੀ ਫੈਮਿਲੀ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਹ ਨਹੀਂ ਕਿ ਯਾਰੀ ਦੋਸਤੀ 'ਚ ਤੁਸੀਂ ਹਾਰਸ਼ਿਆਂ ਭੁੱਲ ਜਾਓ। ਆਪਣੇ ਮਾਂ-ਬਾਪ, ਕੱਲੀ ਮਾਂ 3.5 ਸਾਲ ਉਹਨੇ ਕਿੰਨੀ ਟੈਨਸ਼ਨ ਲਈ, ਤੇ ਇਸ ਵਾਸਤੇ ਆਪਣੇ ਘਰ ਦਾ ਖਿਆਲ ਰੱਖਣਾ ਚਾਹੀਦਾ। ਯਾਰੀਆਂ ਦੋਸਤੀਆਂ ਤੁਸੀਂ ਨਿਭਾਓ, ਲੇਕਿਨ ਆਪਣੇ ਫੈਸਲੇ ਖੁਦ ਕਰੋ। ਦੋਸਤਾਂ ਦੇ ਹਵਾਲੇ ਨਾ ਕਰੋ ਕਿ ਤੂੰ ਚੱਲ ਤੇ ਮੈਂ ਵੀ ਤੇਰੇ ਨਾਲ ਚੱਲਣਾ। ਅਗਲਾ ਤੇ ਨਿਕਲ ਗਿਆ, ਅਗਲਾ ਤੇ ਉੱਥੇ ਸੌਖਾ ਹੋ ਗਿਆ ਜਾ ਕੇ, ਬਸ ਜੀ ਮੈਂ ਪਹੁੰਚ ਆਇਆ, ਉਹਦੇ ਪਿੱਛੇ ਡੇਕੇ ਲੱਗ ਗਿਆ, ਉਹਨੇ ਕੀ ਕਰ ਲਿਆ ਉਹਦੇ ਵਾਸਤੇ। ਇਸ ਵਾਸਤੇ ਆਪਣੇ ਮਾਂ-ਬਾਪ ਦਾ ਖਿਆਲ ਰੱਖੋ। ਸ਼ੁਕਰੀਆ।